ਦੇਸ਼ ਦੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਚਰਚਾ ਛਿੜ ਗਈ ਹੈ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਗੱਠਜੋੜ ਹੋਏਗਾ। ਅਜਿਹੀ ਚਰਚਾ ਇਸ ਕਰਕੇ ਛਿੜ ਗਈ ਕਿਉਂਕਿ ਨੈਸ਼ਨਲ ਲੈਵਲ ਤੇ ਕੌਮੀ ਪੱਧਰ ਦੇ ਉੱਪਰ ਅਲਾਇੰਸ ਹੁੰਦਾ ਤੇ ਉੱਥੇ 26 ਪਾਰਟੀਆਂ ਇਕੱਠੀ ਹੁੰਦੀਆਂ ਨੇ, ਪਰ ਪੰਜਾਬ ਦੇ ਵਿੱਚ 24 ਦੀ ਚੋਣ ਜਿਹੜੀ ਹੋਏਗੀ ਉਹ ਕਿਸ ਤਰ੍ਹਾਂ ਹੋਏਗੀ। ਅਸਮੰਜਸ ਦੀ ਸਥਿਤੀ ਹੈ, ਵੱਖੋ ਵੱਖਰੇ ਬਿਆਨ ਆ ਰਹੇ ਨੇ, ਪਰ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਕਾਂਗਰਸ ਸੱਤਾਧਾਰੀ ਪਾਰਟੀ ਹੈਗੀ ਹੈ। ਪੰਜਾਬ ਦੇ ਵਿੱਚ ਹਾਲਾਤ ਕੀ ਹੋਣਗੇ ਇਹ ਸਮਝਣ ਦੀ ਲੋੜ ਹੈਗੀ ਹੈ ਤੇ ਇਸ ਦੇ ਲਈ ਸਮਝਦੇ ਹਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਹਿਬ ਤੋਂ। ਵੜਿੰਗ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਚੈਨਲ ਤੇ ਅਸਮੰਜਸ ਦੀ ਸਥਿਤੀ ਜਿਵੇਂ ਬਣੀ ਹੋਈ ਹੈ ਤੇ ਵੱਖੋ ਵੱਖਰੇ ਬਿਆਨ ਆ ਰਹੇ ਨੇ, ਇਸ ਸਥਿਤੀ ਨੂੰ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਬਿਹਤਰ ਹੋਰ ਕੋਈ ਕਲੀਅਰ ਨਹੀਂ ਕਰ ਪਾਏਗਾ ਕਿਉਂਕਿ ਸਿੰਸ ਯੂ ਆਰ ਰਿਪਰੈਜ਼ੈਂਟਿੰਗ ਪੰਜਾਬ ਯੂਨਿਟ ਆਫ ਕਾਂਗਰਸ। ਤੇ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਆਪਾਂ ਸਮਝਾ ਦਈਏ, ਕਿਉਂਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਚੀਮਾ ਸਾਹਿਬ ਵੱਖਰਾ ਬਿਆਨ ਦਿੰਦੇ ਨੇ, ਫਿਰ ਐਲਓਪੀ ਤੁਹਾਡੇ ਵਾਲੇ ਉਹ ਦਿੰਦੇ ਨੇ, ਤੇ ਅੱਜ ਤੁਹਾਡੇ ਨਾਲ ਚਰਚਾ ਕਰਨ ਤੋਂ ਪਹਿਲਾਂ ਅਨਮੋਲ ਗਗਨ ਮਾਨ ਜਿਹੜੇ ਕਿ ਮੰਤਰੀ ਨੇ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਕਿ ਕਾਂਗਰਸ ਨੂੰ ਤਾਂ ਕਾਲੀ ਬੜੀ ਹੈ, 5 ਮਿੰਟ ਨਾ ਲਾਣ, ਉਹ ਤਾਂ ਤੱਤੇ ਹੈ, ਉਹ ਤਾਂ ਨਾਲ ਹੀ ਕਰ ਲੈਣ, ਪਰ ਅਸੀਂ ਨਹੀਂ ਕਰਨਾ, ਸਾਨੂੰ ਤਾਂ ਮਾਨ ਸਾਹਿਬ ਦਾ ਹੁਕਮ ਜਾਰੀ ਹੋਇਆ 13 ਦੀ 13 ਲੜਾਂਗੇ ਤੇ ਜਿੱਤਾਂਗੇ। देखो जी, ਜਿਹੜਾ ਇੰਡੀਆ ਅਲਾਇੰਸ ਹੋਇਆ ਹੈ, ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ, ਇਹ ਨਾ ਕਾਫੀ ਦਿਨਾਂ ਤੋਂ ਐਵੇਂ ਖਲਬਲੀ ਮਚਾਈ ਪਈ ਹੈ ਔਰ ਮੈਨੂੰ ਪਤਾ ਹੈ ਕਿ ਜਿਹੜੇ ਦੋ ਮੁੱਖ ਵਿਰੋਧੀ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ, ਬੀਜੇਪੀ ਐਂਡ ਅਕਾਲੀ ਦਲ, ਇਹ ਚਰਚਾ ਉਹਨਾਂ ਵੱਲੋਂ ਛੇੜੀ ਗਈ ਤੇ ਕਿਉਂਕਿ ਉਹ ਆਪਸ ਵਿੱਚ ਅੰਦਰ ਖਾਤੇ ਉਹਨਾਂ ਦਾ ਅਲਾਇੰਸ ਹੋ ਚੁੱਕਿਆ ਹੈ। दूसरी गल, इंडिया जिहड़ा अलायंस है ये लाइक माइंडेड पार्टियां का एक अलायंस है जिन्हां ने डेमोक्रेसी की लड़ाई लड़न का फैसला किया और जिन्हां ने देश के संविधान को बचाने का फैसला किया है। सो उसका नतीजा भी मिल रहा है। दूसरी मीटिंग तो बाद तुसीं देखिया होना, पहली मीटिंग ते देश के प्रधानमंत्री नूं 38 पार्टियां उन्होंने मीटिंग अपने संगठन की बुला ली, जिहड़ा पुराना एनडीए हुंदा सी। हालांकि 36 पार्टियां कोले कोई एमएलए भी नहीं गा। घबराहट जिहड़ी हुई पहली मिलनी से, दूजी मिलनी ते जिहड़ी घबराहट हुई, उन्होंने जिहड़ा हिंदुस्तान यानी कि इंडिया दे नाम तो नफरत करनी शुरू कर दी गई। उन्होंने G20 जिहड़ा हुण न्योता दिता है, उहदे ते भारत पहला इंडिया वालों जांदा सी, हुण भारत 9.5 साल देश के प्रधानमंत्री इंडिया की गल करते रहे, हुण अचनचेत भारत। उन्होंने कहा इंडिया जिहड़ा शब्द है इनू बदल दिता जाए, साडा इंडिया नहीं है, साडा भारत है। ਅਸੀਂ ਕਹਿੰਦੇ ਆ ਸਾਡਾ ਇੰਡੀਆ ਵੀ ਸਾਡਾ ਹੈ ਤੇ ਭਾਰਤ ਵੀ ਸਾਡਾ ਹੈ, ਇੰਡੀਆ ਇੱਧਰ ਹੈ ਤੇ ਭਾਰਤ ਇੱਧਰ ਹੈ। ਸੋ ਵਨ ਇਲੈਕਸ਼ਨ ਵਨ ਨੇਸ਼ਨ ਦੀ ਗੱਲ ਅਚਨਚੇਤ ਅੱਜ ਆਦਰਨੀय ਸ਼੍ਰੀਮਤੀ ਸੋਨੀਆ ਗਾਂਧੀ ਨੇ ਸਵਾਲ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਪੈਸ਼ਲ ਸੈਸ਼ਨ ਦਾ ਲੋਕ ਸਭਾ ਦਾ ਸਾਨੂੰ ਏਜੰਡਾ ਦੱਸਣ ਕਿ ਵਾਟ ਇਜ਼ ਦਾ ਏਜੰਡਾ। ਕਿ ਇਸ ਤਾਂ ਨਹੀਂ, ਕੁਝ ਲੋਕ ਜਿਹੜੇ ਮਾਹਿਰ ਨੇ, ਬੁੱਧੀਜੀਵ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਦੇਸ਼ ਹੁਣ ਕੋਰੀਆ, देश हुण रशिया और देश हुण चाइना की सोच वाल वध रहा है। हो सकता है कि इस चुनाव तो बाद कदे देश के अंदर चुनाव ना हो। कई लोग आकाशरे लगा रहे हैं कि हुण एक राष्ट्रपति की चुनाव होया करेगा। सो कहने का मतलब स्थिति बहुत वड्डी घबराहट इंडिया अलायंस तो बीजेपी नूं होई है। और जिथों तक पंजाब की गल है, बेशक साडे ये कल्ली पंजाब की गल नहीं है, बंगाल की गल है। बंगाल च सामने CPI CPM लड़ते हैं तो तृणमूल कांग्रेस सत्ताधारी पार्टी है। केरला दे विच असी मुख विरोधी पार्टी हैं अज CPI CPM वालियां दे। सो पंजाब दे विच असी मुख विरोधी पार्टी हैं आम आदमी पार्टी दे। और मैं कहा कि साडे मुद्दे वक्रे वक्रे ने, इशूज़ वक्रे ने, लड़ाई है साडी, असी डिफर करते हैं बहुत सारिया चीज़ों ते, बहुत सारिया साडियां मंगां हैं, असी उहदी लड़ाई लड़ रहे हैं। पिछले महीने च 12 धरने ला के असी लोक पक्षी मुद्दों नूं चक्कण दी कोशिश की और भगवंत मान सरकार नूं घेरन दी कोशिश की। कोई ऐसा मुद्दा नहीं है जिहदे ते असी इन्हां नूं घेरिया नहीं है। जिथों तक पंजाब दे अलायंस की गल है, ये ਆਟੋਮੈਟਿਕਲੀ ਇਹਨਾਂ ਨੇ ਗੱਲ ਕਰ ਲਈ ਕਿ ਹੁਣ ਸੀਟ ਸ਼ੇਅਰਿੰਗ ਹੋ ਰਹੀ ਹੈ, ਇਕੱਠੇ ਲੜ ਰਹੇ ਹੈ। ਲੇਕਿਨ ਮੇਰੇ ਕੋਲੇ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅਗਰ ਮੇਰੇ ਕੋਲੇ ਇਹ ਇਨਫੋਰਮੇਸ਼ਨ ਹੁੰਦੀ ਕਿ ਅਸੀਂ ਅਲਾਇੰਸ 'ਚ ਜਾ ਰਹੇ ਹਾਂ ਪੰਜਾਬ 'ਚ ਔਰ ਅਸੀਂ ਸੀਟ ਸ਼ੇਅਰਿੰਗ ਕਰ ਰਹੇ ਹਾਂ ਤੇ ਸੀਟਾਂ ਦੀ ਵੰਡ ਕਰ ਰਹੇ ਹਾਂ,
ਤੇ ਮੈਂ ਤੁਹਾਨੂੰ ਇਹ ਵੀ ਦੱਸਣਾ, ਮੈਂ ਹੀ ਦੱਸਾਂਗਾ, ਹੋਰ ਕੌਣ ਦੱਸੇਗਾ? ਠੀਕ ਗੱਲ ਮੈਂ ਕਿਉਂ ਇਹ ਗਲਤ ਗੱਲ ਕਰਾਂਗਾ? ਬਿਲਕੁਲ। ਹਜੇ ਤੱਕ ਸਾਡੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ। ਜਦ ਮੈਂ ਇਹਦੇ ਤੇ ਕੋਈ ਇਤਲਾਹ ਜਾਂ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹਾਈ ਕਮਾਂਡ ਤੋਂ, ਤੇ ਉਹਨਾਂ ਦਾ ਇੱਕ ਹੀ ਮੈਨੂੰ ਜਵਾਬ ਸੀ कि आप 13 की 13 लोकसभा सीटों पर चुनाव लड़ने की तैयारी करें। सानू जल्द तो जल्द संभाविक उम्मीदवार जेड़े कई जगह ते साडे सिटिंग MP ने, कई जिथे है नहीं है, संभाविक सानू उम्मीदवारां दे नाम जरूर दसन, तैयारी करो। ते पंजाब दे लोगां दे हर मुद्दे दी लड़ाई पंजाब कांग्रेस दे यूनिट ने करनी है। सो मेरे कोले अगर इन्फॉर्मेशन नहीं है जेड़ा पंजाब कांग्रेस दा पंजाब दा मुखी है, ਤੇ ਫਿਰ ਹੋਰ ਕੋਲੇ ਕਿਸੇ ਕੋਲੇ ਕਿਉਂ ਹੈ? ਦੂਸਰੀ ਗੱਲ, ਅਨਮੋਲ ਗਗਨ ਮਾਨ ਜੀ ਨੇ ਕੀ ਕਿਹਾ ਜਾਂ ਚੀਮਾ ਸਾਹਿਬ ਨੇ ਕੀ ਕਿਹਾ, ਉਹਨਾਂ ਦੀ ਆਪਦੀ ਪਾਰਟੀ ਹੈ, ਉਹ ਆਪਦੀ ਪਾਰਟੀ ਦੇ ਬਾਰੇ ਕੁਝ ਵੀ ਕਹਿ ਸਕਦੇ ਹੈ। ਮੈਂ ਉਹਨਾਂ ਤੇ ਕਿਸੇ ਪ੍ਰਕਾਰ ਦੀ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਇਹ ਵੀ ਹੋ ਸਕਦਾ ਹੈ, ਕਿਉਂ ਇਹੀ ਸੋਚਿਆ ਜਾ ਰਿਹਾ ਹੈ, ਇੱਕ ਸੈਕਿੰਡ ਵਾਲੀਆ ਜੀ, ਕਿਉਂ ਇਹ ਸੋਚਿਆ ਜਾ ਰਿਹਾ ਕਿ ਅਸੀਂ ਅਲਾਈਅੰਸ ਸੀਟ ਸ਼ੇਅਰਿੰਗ ਕਰਾਂਗੇ? ਕਿਉਂ ਨਹੀਂ ਇਹ ਸੋਚਿਆ ਜਾ ਰਿਹਾ ਕਿ ਅਸੀਂ 13 ਦੀਆਂ 13 ਲੋਕ ਸਭਾ ਤੇ ਅਸੀਂ ਵੀ ਲੜਾਂਗੇ, ਉਹ ਵੀ ਲੜਨਗੇ, ਸਾਰੀਆਂ ਪਾਰਟੀਆਂ ਲੜਨਗੀਆਂ, ਤੇ ਜਿੱਥੇ ਦਿੱਲੀ ਦੀ ਗੱਲ ਆਏਗੀ ਤੇ ਉੱਥੇ ਅਸੀਂ ਡੈਮੋਕ੍ਰੇਸੀ ਬਚਾਉਣ ਦੀ ਖਾਤਰ ਔਰ ਕਨਸਟੀਟਿਊਸ਼ਨ ਬਚਾਉਣ ਦੀ ਖਾਤਰ ਇਹ ਸਾਰੀਆਂ 26 ਦੀਆਂ 26 ਪਾਰਟੀਆਂ ਇੱਕਮਤ ਹੋ ਕੇ ਬੀਜੇਪੀ ਦੇ ਅਗੇਂਸਟ ਵੋਟ ਕਰਨਗੀਆਂ। ਓਕੇ, ਮਤਲਬ ਕਿ देयर इज अ रूम फॉर दिल्ली, मतलब कि ਦਿੱਲੀ ਦੇ ਲਈ ਤਾਂ ਕੁਝ ਹੋ ਸਕਦਾ ਹੈ, ਪਰ ਪੰਜਾਬ ਦੇ ਲਈ ਸਟ੍ਰਿਕਟਲੀ ਨੋ ਹੈ। ਆਪਣੇ ਦਮ ਤੇ ਆਪਣੀ ਤਿਆਰੀ ਦੇ ਨਾਲ, ਆਪਣੇ ਉਮੀਦਵਾਰਾਂ ਦੇ ਨਾਲ ਕਾਂਗਰਸ ਪਾਰਟੀ ਜਿਹੜੀ ਹੈ ਰਣ ਚ ਉਤਰੇਗੀ। ਵਾਲੀਆ ਸਾਹਿਬ, ਇਹ ਕਿਸੇ ਨੇ ਕਿਸੇ ਨੂੰ ਕਿਹਾ ਕਿ ਸੋਨੀਆ ਗਾਂਧੀ ਦਾ ਕੋਈ ਬਿਆਨ ਆਇਆ, ਕੀ ਖਰਗੇ ਸਾਹਿਬ ਦਾ ਕੋਈ ਬਿਆਨ ਆਇਆ, ਕੀ ਕੋਈ ਦਿੱਲੀ ਦੇ ਇੰਚਾਰਜ ਦਾ ਕੋਈ ਬਿਆਨ ਆਇਆ, ਕੀ ਪੰਜਾਬ ਦੇ ਕੋਈ ਇੰਚਾਰਜ ਦਾ ਬਿਆਨ ਆਇਆ, ਕੀ ਕੇਸੀ ਵੇਨੂਗੋਪਾਲ ਦਾ ਕੋਈ ਬਿਆਨ ਆਇਆ, ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੋਈ ਬਿਆਨ ਆਇਆ, ਕੀ ਮਿਸਟਰ ਲਵਲੀ PCC ਪ੍ਰੈਜ਼ੀਡੈਂਟ ਕੋਈ ਦਿੱਲੀ ਦਾ ਬਿਆਨ ਆਇਆ? ਕਹਿਣ ਦਾ ਮਤਲਬ ਇਹ ਤੁਹਾਡੇ ਆਕਾਸਰੇ ਹੈ ਜੇ। ਠੀਕ ਹੈ, ਮੈਂ ਉਹੀ ਕਹਿ ਰਿਹਾ, ਜੇ ਹਜੇ ਤੱਕ ਕੁਝ ਨਹੀਂ ਵੀ ਦਿੱਲੀ 'ਚ ਅਸੀਂ ਕਰਾਂਗੇ ਜਾਂ ਇੱਥੇ ਨਹੀਂ ਕਰਾਂਗੇ, ਜਾਂ ਇੱਥੇ ਹੋ ਗਿਆ ਜਾਂ ਉੱਥੇ ਹੋਣਾ ਬਾਕੀ ਹੈ, ਇਸ ਤਰ੍ਹਾਂ ਦੀ ਮੈਨੂੰ ਲੱਗਦਾ ਤੁਹਾਡੀ ਇਨਫੋਰਮੇਸ਼ਨ, ਮੇਰੀ ਇਨਫੋਰਮੇਸ਼ਨ ਮੁਤਾਬਕ, ਮੈਂ ਵੀ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ, ਇਹ ਭੰਬਲ ਭੂਸਾ ਪਾਇਆ ਹੋਇਆ ਮਗਰਲੇ ਕਈ ਦਿਨਾਂ ਦਾ। ਇਸ ਪ੍ਰਕਾਰ ਦੀ ਇਸ ਵਿਸ਼ੇ ਤੇ ਹਜੇ ਕਿਸੇ ਪਾਰਟੀ ਦੀ ਕੋਈ ਚਰਚਾ ਨਹੀਂ ਹੋਈ। ਠੀਕ ਹੈ ਵੜਿੰਗ ਸਾਹਿਬ, ਬੜੀ ਚੰਗੀ ਗੱਲ ਤੁਸੀਂ ਕਹੀ ਕਿ ਇਹ ਜਿਹੜੇ ਭੰਬਲ ਭੂਸਾ ਇਹ ਤੇ ਕਿਆਸ ਰਾਈਆਂ ਨੇ ਨਾ, ਮਤਲਬ ਕਿ ਇਹ ਕਈ ਸਵਾਲ ਖੜੇ ਕਰ ਦਿੰਦੀ, ਉਸ ਨੂੰ ਜਨਮ ਦੇ ਦਿੰਦੀਆਂ। ਤੁਹਾਡੀ ਹੋਰ ਵਿਰੋਧੀ ਪਾਰਟੀਆਂ, ਜਿਵੇਂ ਤੁਸੀਂ ਅਕਾਲੀ ਦਲ ਭਾਜਪਾ ਦਾ ਜ਼ਿਕਰ ਕੀਤਾ, ਉਹਨਾਂ ਦੇ ਵੱਲੋਂ ਵੀ ਹੋ ਸਕਦਾ ਸਵਾਲ ਬੜੇ ਖੜੇ ਹੋ ਜਾਂਦੇ ਆ ਲੋਕਾਂ ਦੀ ਕਚਹਿਰੀ। ਜਿਵੇਂ ਹੁਣ ਤੁਸੀਂ ਲਾਈਵ ਜਾ ਰਹੇ ਹੋ ਪੂਰੀ ਦੁਨੀਆ ਦੇ ਵਿੱਚ, ਤੇ ਚੀਜ਼ਾਂ ਕਲੀਅਰ ਹੋ ਜਾਣਗੀਆਂ ਆਟੋਮੈਟਿਕਲੀ। ਹੁਣ ਸਵਾਲ ਕਿਵੇਂ ਖੜੇ ਹੋਏ, ਆਪਾਂ ਜੇ ਵਾਲੇ ਫੈਕਟਰ ਨੂੰ 2-3 ਸਿਚੁਏਸ਼ਨ ਦੇ ਹਿਸਾਬ ਦੇ ਨਾਲ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਉਸ ਨੂੰ ਕਲੈਰੀਫਾਈ ਕਰ ਦਿਓ, ਵਧੀਆ ਤਰੀਕੇ ਨਾਲ ਸਮਝਾ ਦੇਣਾ ਕਾਂਗਰਸ ਦਾ ਸਟੈਂਡ। ਪਾਰਟ 1, ਪਹਿਲੀ ਗੱਲ ਇਹ, ਇੱਕ ਸਵਾਲ ਇਹ ਖੜਾ ਹੁੰਦਾ ਕਿ ਜੇ ਦੋ ਤੁਸੀਂ ਕਈਆਂ ਮਿਲਣੀਆਂ ਹੋ ਗਈਆਂ ਇੰਡੀਆ ਦੀਆਂ ਗੱਠਜੋੜ ਦੀਆਂ, ਤੇ ਮਾਮਲਾ ਉੱਥੇ ਸੀਟ ਸ਼ੇਅਰਿੰਗ ਤੱਕ ਪਹੁੰਚ ਗਿਆ, ਕਿਆਸ ਰਾਈਆਂ ਲੱਗਣ ਲੱਗ ਗਈਆਂ ਕਿ ਹੁਣ ਤਾਂ ਸੀਟ ਸ਼ੇਅਰਿੰਗ ਜਿਹੜੀ ਹੈ ਉਹ ਆਟੋਮੈਟਿਕਲੀ ਹੋਏਗੀ। ਇੱਕ ਹੁਣ ਥੋੜੀ ਦੇਰ ਪਹਿਲੇ, ਜਸਟ 10 ਮਿੰਟ ਪਹਿਲਾਂ ਬਿਆਨ ਆ ਰਿਹਾ ਸੀਗਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਹਿਬ ਦਾ ਕਿ ਇਹਨਾਂ ਦਾ ਨੈਸ਼ਨਲ ਲੈਵਲ ਤੇ ਗੱਠਜੋੜ ਹੋ ਗਿਆ, 13 ਪੰਜਾਬ ਦੀਆਂ, ਇੱਕ ਚੰਡੀਗੜ੍ਹ ਦੀ 14, 7-7 ਇਹ ਲੜਨਗੇ। ਹਾਲੇ ਉੱਪਰੋਂ ਜਿਹੜਾ ਹੈਗਾ ਕਲੀਅਰ ਹੋ ਚੁੱਕਾ, ਪਰ ਨੀਚੇ ਕਨਵੇ ਨਹੀਂ ਕੀਤਾ, ਕਿਆਸ ਰਾਈਆਂ ਸ਼ੁਰੂ ਹੋ ਗਈਆਂ। ਦੂਜੇ ਪਾਸੇ ਇਹ ਕਿਹਾ ਜਾਂਦਾ ਕਿਉਂਕਿ ਹੁਣ ਜਿਸ ਤਰੀਕੇ ਨਾਲ ਤੁਸੀਂ ਵੀ ਕਿਹਾ, ਤੁਸੀਂ ਮੌਜੂਦਾ ਸਰਕਾਰ ਦੀ ਖਿਲਾਫਤ ਦੇ ਵਿੱਚ ਖੜੇ ਹੋ, ਲੋਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਵਰਕਰ ਉਹਨਾਂ ਦੇ ਪਰਚੇ ਹੋ ਰਹੇ ਆ, ਮੰਤਰੀਆਂ ਦੇ ਸਾਬਕਾ ਦੇ ਪਰਚੇ ਹੋ ਰਹੇ ਆ, ਤੇ ਇੰਜ ਲੱਗਦਾ ਹੈ ਕਿ ਅਗਰ ਇਹ ਵਿਨ-ਵਿਨ ਸਿਚੁਏਸ਼ਨ ਹੁੰਦੀ ਹੈ, ਇਹਦੇ ਨਾਲ ਜਿਹੜੇ ਕਾਂਗਰਸਮੈਨ ਹੈਗੇ ਆ ਜਿਨ੍ਹਾਂ ਦੇ ਪਰਚੇ ਹੋ ਰਹੇ ਆ, ਤਾਂ ਕਾਂਗਰਸ ਜਿਹੜੀ ਸੇਫ ਸਾਈਡ ਹੋਏਗੀ, ਸੱਤਾਧਾਰੀ ਜਿਹੜੇ ਹੈਗੇ ਆ ਉਹ ਤੁਹਾਨੂੰ ਬਚਾਉਣਗੇ, ਤੇ ਮਿਲ ਕੇ ਲੜਨ ਦਾ ਫਾਇਦਾ ਕਾਂਗਰਸ ਨੂੰ ਵੀ ਹੋਊਗਾ। ਇਹ ਦੋ ਜਿਹੜੇ ਐਸਪੈਕਟ ਹੈਗੇ, ਇਹਨਾਂ ਨੂੰ ਤੁਸੀਂ ਜਿਹਨਾਂ ਦਾ ਚਾਨਣ ਪਾ ਦਿਓ, ਸਮਝਾ ਦਿਓ ਜੇ ਚੰਗੇ ਤਰੀਕੇ ਨਾਲ। ਵਾਲੀਆ ਸਾਹਿਬ, ਤੁਸੀਂ 3 ਇਸ਼ੂਸ ਦੀ ਗੱਲ ਕੀਤੀ। ਪਹਿਲਾਂ ਤੁਸੀਂ ਕਿਹਾ ਕਿ ਜਦੋਂ ਕਾਸ ਰਾਈਆਂ ਜਿਹੜੀਆਂ ਲੱਗ ਰਹੀਆਂ, ਜਿਹੜੀ ਜੇ ਦੀ ਗੱਲ ਹੈ, ਉਹ ਜਦੋਂ ਦੂਜੀ ਮੀਟਿੰਗ ਹੋ ਗਈ ਤਾਂ ਲੋਕਾਂ ਨੇ ਇਹ ਸਮਝਿਆ ਕਿ ਹੁਣ ਸੀਟ ਸ਼ੇਅਰਿੰਗ ਦੀ ਗੱਲ ਹੋਏਗੀ ਜੀ। ਮੈਂ ਉੱਥੇ ਬੇਨਤੀ ਕਰਦਾ, ਹੋ ਸਕਦਾ ਇਹ ਹੋਇਆ ਹੋਵੇ ਉੱਥੇ ਫੈਸਲਾ ਕਿ ਜਿੱਥੇ ਆਪਾਂ ਮੇਨ ਆਪੋਜੀਸ਼ਨ 'ਚ ਲੜ ਰਹੇ ਹਾਂ, ਉੱਥੇ ਆਪਦਾ ਉਸੇ ਤਰ੍ਹਾਂ ਹੀ ਚੁਣਾਵ ਅਸੀਂ ਲੜਾਂਗੇ, ਹੋ ਸਕਦਾ ਇਹ ਗੱਲ ਹੋਈ ਹੋਵੇ। ਸੋ ਜਿਹੜੀ ਆਕਾਸ ਰਾਈ ਲੱਗ ਰਹੀ ਹੈ ਕਿ ਅਸੀਂ ਸੀਟ ਸ਼ੇਅਰਿੰਗ ਤੇ ਲੜਾਂਗੇ, ਹੋ ਸਕਦਾ ਹੈ ਉਹਨਾਂ ਨੇ ਕਿਹਾ ਹੋਵੇ ਕਿ ਇਹ ਗਠਬੰਧਨ ਸਾਡਾ ਇੱਥੇ ਹੈ, ਲੇਕਿਨ ਸਾਡਾ ਪ੍ਰਦੇਸ਼ਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਇੱਕ ਦੂਜੇ ਨਾਲ ਸਮਝੌਤਾ ਨਹੀਂ ਹੈ, ਅਸੀਂ ਵੱਖ-ਵੱਖ ਲੜਾਂਗੇ। ਪਹਿਲਾ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੁਸੀਂ ਕਿਹਾ ਬੜੇ ਸਤਿਕਾਰਯੋਗ ਨੇ, ਉਮਰ 'ਚ ਬੜੇ ਵੱਡੇ ਨੇ, ਉਹਨਾਂ ਨੇ ਕਿਹਾ ਕਿ ਇਹ ਗਠਬੰਧਨ ਹੋ ਚੁੱਕਿਆ ਹੈ। ਸੁਖਬੀਰ ਸਿੰਘ ਬਾਦਲ ਕਿਸੇ ਨੂੰ ਮਿਲ ਕੇ ਆਏ ਹੈ? ਸੁਖਬੀਰ ਸਿੰਘ ਬਾਦਲ ਕੋਲ ਕਿਸ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਹੈ? ਸੁਖਬੀਰ ਸਿੰਘ ਬਾਦਲ ਨੂੰ ਕਿੱਥੋਂ ਇਹ ਇਤਲਾਹ ਆਈ? ਕਿਰਪਾ ਕਰਕੇ ਉਹ ਆਪਦਾ ਸੋਰਸ ਦੱਸ ਦੇਣ। ਦੂਸਰੀ ਗੱਲ, ਮੈਂ ਇਹ ਗੱਲ ਕਹਿ ਰਿਹਾ ਹਾਂ
ਕਿ ਇਹਨਾਂ ਦੀ ਗਠਬੰਧਨ ਦੀ ਗੱਲ ਮੁੱਕ ਚੁੱਕੀ ਹੈ। ਇਸੇ ਕਰਕੇ ਜਦੋਂ ਗੱਲ ਇਹਨਾਂ ਦੀ ਮੁੱਕੀ ਦੋਨਾਂ ਜਾਣਿਆਂ ਨੇ, ਇਹਨਾਂ ਨੇ ਕਿਹਾ ਵੀ ਅਸੀਂ ਆਪਾਂ 6-6 ਸੀਟਾਂ ਲੜਾਂਗੇ, ਇੱਕ ਬਸਪਾ ਨੂੰ ਦੇਾਂਗੇ ਕਿਉਂਕਿ ਬਸਬੰਧਨ ਚ ਹੈ। ਤੇ ਬਸਪਾ ਸ਼੍ਰੀਮਤੀ ਮਾਇਆਵਤੀ ਜੀ ਨੇ ਕਹਿਤਾ ਕਿ ਸਾਡਾ ਅਲਾਈਅੰਸ ਹੁਣ ਕਿਸੇ ਪਾਰਟੀ ਨਾਲ ਨਹੀਂ ਹੈ। ਪਿੱਛੇ ਬਿਆਨ ਆਇਆ ਹੋਣਾ, ਜਾਣੀ ਕਿ ਹੁਣ ਸੁਖਬੀਰ ਸਿੰਘ ਬਾਦਲ ਕੋਲੇ ਇੱਕ ਹੀ ਐਮਐਲਏ ਹੈ, ਉਹ ਵੀ ਉਹਨਾਂ ਦੇ ਨਾਲ ਨਹੀਂ ਹੈ, ਜਿਹੜੇ ਏਆਲੀ ਸਾਹਿਬ। ਦੂਸਰੇ ਬਸਪਾ ਦੇ ਐਮਐਲਏ ਹੁਣ ਪਾਸੇ ਹੈ, ਤੇ ਜਿਹੜੀ ਉਹਨਾਂ ਨੇ ਪਾਰਲੀਮੈਂਟ ਚ ਅਲਾਈਅੰਸ ਕਰਨਾ ਜਾਂ ਨਹੀਂ ਕਰਨਾ, ਮਾਇਆਵਤੀ ਜੀ ਨੇ ਕਿਹਾ ਮੇਰਾ ਕਿਸੇ ਨਾਲ ਕੋਈ ਅਲਾਈਅੰਸ ਨਹੀਂ ਹੈ। ਕਲੈਰਿਟੀ ਨਾਲ ਪ੍ਰੈਸ ਕਾਨਫਰੰਸ ਕੀਤੀ। ਬਿਲਕੁਲ ਮੈਨੂੰ ਜੋ ਲੱਗਦਾ ਹੈ ਕਿ ਜਿਹੜੀ ਉਹ ਗੱਲ ਚੱਲ ਰਹੀ ਸੀ, ਜਿਹੜਾ ਕਿ ਮੈਨੂੰ ਕਈ ਸੋਰਸਸ ਤੋਂ ਪਤਾ ਲੱਗਿਆ ਕਿ ਮਾਈਨਸ ਸੁਖਬੀਰ ਸਿੰਘ ਬਾਦਲ ਪੇਚ ਫਸਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਕੇਂਦਰੀ ਮੰਤਰੀ ਬਣਾਵਾਂਗੇ ਤੇ ਆਪਣਾ ਫੈਸਲਾ ਤੈਅ ਹੈ 6-6। ਇੱਕ ਮਾਇਆਵਤੀ ਜੀ ਨੇ ਪੇਜ ਫਸਾਤਾ ਕਿ ਬਈ ਮੈਂ ਤੁਹਾਡੇ ਨਾਲ ਅਲਾਈਅੰਸ ਨਹੀਂ ਹੈ, ਤੁਸੀਂ ਮੇਰਾ ਸੌਦਾ ਕਿਵੇਂ ਕਰਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦੇ ਚੀਫ ਹੋਣਗੇ। ਇਸੇ ਕਰਕੇ ਜਿਹੜਾ ਪੇਚ ਹੈ ਉਹ ਫਸ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਆਪਣੀ ਕੁਰਸੀ ਛੱਡਣ ਲਈ ਤਿਆਰ ਨਹੀਂ ਹੈ, ਬੇਸ਼ੱਕ ਅਕਾਲੀ ਦਲ ਬਿਲਕੁਲ ਖਤਮ ਹੋ ਜਾਏ। ਇਹ ਹੈ ਉਹਨਾਂ ਦਾ ਜਵਾਬ। ਇਹ ਹੈ। ਸੋ ਤੀਜਾ ਤੁਸੀਂ ਮੈਨੂੰ ਕੀ ਪੁੱਛਿਆ ਸੀ, ਮੈਨੂੰ ਜ਼ਰਾ ਦੁਬਾਰਾ ਕੈਨ ਯੂ ਰਿਪੀਟ ਦੈਟ। ਜਿਸ ਤਰੀਕੇ ਦੇ ਨਾਲ ਆਪਾਂ ਪੰਜਾਬ ਦੀ ਸਿਚੁਏਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿ ਸੀਟ ਸ਼ੇਅਰਿੰਗ ਤੁਸੀਂ ਕਲੈਰਿਟੀ ਦੇ ਨਾਲ ਦੱਸ ਦਿੱਤਾ, ਪਰ ਕਿਤੇ ਨਾ ਕਿਤੇ ਸਵਾਲ ਇਹ ਵੀ ਸੀਗਾ ਕਿ ਆਪਣੇ ਦਮ ਦੇ ਉੱਪਰ ਜਿਹੜੀ ਤੁਸੀਂ ਰਾਏ ਦੀ ਗੱਲ ਕੀਤੀ ਹੈ, ਕਿਉਂਕਿ ਤੁਹਾਡੇ ਜਿਹੜੇ ਪਰਚੇ ਹੈ ਤੁਹਾਡੇ ਉੱਪਰ ਹੋ ਰਹੇ ਆ, ਤੁਹਾਡੀ ਪਾਰਟੀ ਵਰਕਰਾਂ ਦੇ ਉੱਪਰ ਜਿਹੜੇ ਹੋ ਰਹੇ ਆ, ਸਾਬਕਾ ਮੰਤਰੀਆਂ ਦੇ ਉੱਪਰ ਹੋ ਰਿਹਾ, ਉਹ ਵਿਨ ਵਿਨ ਸਿਚੁਏਸ਼ਨ ਕਾਂਗਰਸ ਦੇ ਲਈ ਹੈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੈਲਟਰ ਮਿਲ ਜਾਂਦਾ, ਬਚ ਜਾਣਗੇ। ਨਹੀਂ ਤਾਂ ਜਿਸ ਤਰੀਕੇ ਦੇ ਤੁਸੀਂ ਦੱਸ ਰਹੇ ਹੋ। ਨਾ ਹਾਂਜੀ ਸੁਣੋ, ਵਿਨ ਵਿਨ ਦੇਖੋ ਅਗਰ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਕਾਂਗਰਸ ਪਾਰਟੀ ਪਹਿਲੇ ਦਿਨ ਹੀ ਗੱਲ ਕਰ ਲੈਂਦੀ। ਸਾਡੇ ਤਾਂ 6-7 ਮਿਨਿਸਟਰ ਫੜੇ ਗਏ ਹੈ, ਸਾਡੇ ਬਹੁਤ ਸਾਰੇ ਲੋਕਾਂ ਦੇ ਪਰਚੇ ਹੋ ਗਏ ਹੈ, ਸਾਡੇ ਤਾਂ ਬਿਲਕੁਲ ਸਾਡੇ ਲੋਕ ਫੇਰ ਨਹੀਂ ਚੁੱਕੇ। ਉਹ ਫੇਰ ਕਹਿੰਦੇ ਨਜ਼ਰ ਆਇਆ ਕਿ ਅਸੀਂ ਲੜਾਂਗੇ। ਇੱਕ ਵੀ ਵਿਅਕਤੀ ਨਹੀਂ ਚੁੱਕਿਆ ਹੁਣ ਤੱਕ, ਇੱਕ ਵੀ ਵਿਅਕਤੀ ਸਾਡਾ ਭੱਜ ਕੇ ਨਹੀਂ ਗਿਆ ਹੁਣ ਤੱਕ। ਇਹ ਦੂਸਰੀਆਂ ਪਾਰਟੀਆਂ 'ਚ ਤਾਂ ਹੋ ਸਕਦਾ ਹੈ, ਕਿਉਂਕਿ ਕਾਂਗਰਸ ਪਾਰਟੀ ਬਿਲਕੁਲ ਇਸ ਗੱਲ ਤੇ ਫਿਰ ਤਾਂ ਸਾਨੂੰ ਇਹ ਅਸੀਂ ਪਹਿਲਾ ਸ਼ਬਦ ਸਾਡਾ ਇਹ ਹੋਣਾ ਚਾਹੀਦਾ ਹੈ ਕਿ ਸਾਡਾ ਅਲਾਈਅੰਸ ਹੋ ਗਿਆ ਹੈ, ਠੀਕ, ਸਾਡੀਆਂ ਸੀਟ ਸ਼ੇਅਰਿੰਗ ਹੋ ਗਈ ਹੈ। ਅਸੀਂ ਇਹ ਕਹਿ ਰਹੇ ਹਾਂ ਕਿ ਜਦ ਹੋਈ ਨਹੀਂ ਤਾਂ ਅਸੀਂ ਕਿਉਂ ਕਹੀਏ। ਜੇ ਵਿਨ ਵਿਨ ਸਿਚੁਏਸ਼ਨ ਦੀ ਗੱਲ ਹੋਈ ਹੈ ਵੀ ਪਰਚੇ ਹੋ ਗਏ ਹੈ, ਸਾਨੂੰ ਡਰ ਲੱਗ ਰਿਹਾ ਜੋ ਕੋਈ ਗੱਲ, ਅਸੀਂ ਕਹੀਏ ਕਿ ਸਾਡਾ ਹੋ ਗਿਆ ਜੀ, ਅਸੀਂ ਅੱਧੀਆਂ ਸੀਟਾਂ ਤੇ ਚੁਣਾਵ ਲੜਾਂਗੇ। ਠੀਕ, ਬਿਲਕੁਲ ਠੀਕ ਗੱਲ ਹੈ। ਇੱਕ ਚੀਜ਼ ਸੋ ਅਸੀਂ ਹਾਈ ਕਮਾਂਡ ਨੇ, ਇੱਕ ਮਿੰਟ, ਹਾਈ ਕਮਾਂਡ ਨੇ ਫੈਸਲਾ ਕਰਨਾ ਹੈ। ਅਲਟੀਮੇਟਲੀ ਸੁਪਰੀਮ ਕੌਣ ਹੈ? ਹਾਈ ਕਮਾਂਡ, ਰਾਹੁਲ ਗਾਂਧੀ ਔਰ ਖੜਗੇ ਸਾਹਿਬ। ਠੀਕ ਕਹਿ ਰਹੇ ਹੋ ਤੁਸੀਂ, ਸੁਪਰੀਮ ਹਾਈ ਕਮਾਂਡ ਹੈ, ਸੁਪਰੀਮ ਹਾਈ ਕਮਾਂਡ ਹੈ। ਵੜਿੰਗ ਸਾਹਿਬ ਮੇਰਾ ਕਿਰਪਾ ਸਵਾਲ ਲਈਓ। ਆ ਥੋੜੀ ਦੇਰ ਪਹਿਲੇ ਤੁਹਾਡੇ ਹੀ ਸੀਨੀਅਰ ਆਗੂ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਟਵੀਟ ਕੀਤਾ, ਕਹਿੰਦੇ ਜੋ ਹਾਈ ਕਮਾਂਡ ਫੈਸਲਾ ਲਏਗੀ ਅਸੀਂ ਉਸ ਦੇ ਨਾਲ ਤਿਆਰ ਹੈ। ਪਰ ਨਾਲ ਉਹਨਾਂ ਨੇ ਇਹ ਵੀ ਲਿਖ ਦਿੱਤਾ ਕਿ ਇਹ ਦੇਸ਼ ਹਿੱਤ ਦੇ ਵਿੱਚ ਹੋਏਗਾ ਜੇ ਸਾਰਾ ਕੁਝ ਹੋ ਜਾਂਦਾ ਹੈ ਤਾਂ, ਯਾਨੀ ਜਿਹੜਾ ਗੱਠਜੋੜ ਹੈ ਉਹ ਦੇਸ਼ ਦੇ ਹਿੱਤ ਦੇ ਵਿੱਚ ਹੈ। ਕੀ ਸਮਝੀਏ, ਵੱਖਰੀ ਰਾਏ ਰੱਖ ਰਹੇ ਸਿੱਧੂ ਸਾਹਿਬ ਜਾਂ ਉਸਨੂੰ ਥੋੜਾ ਸਮਝਾਓ ਥੋੜਾ ਜਿਹਾ। ਸਿੱਧੂ ਸਾਹਿਬ ਨੇ ਜੋ ਨਹੀਂ ਵੇਖੋ, ਨਹੀਂ ਸਿੱਧੂ ਸਾਹਿਬ ਨਹੀਂ, ਸੁਣੋ ਵਾਲੀਆ ਸਾਹਿਬ, ਸਿੱਧੂ ਸਾਹਿਬ ਨੇ ਕਿਹਾ ਕਿ ਸੁਪਰੀਮ ਹਾਈ ਕਮਾਂਡ ਹੈ, ਠੀਕ, ਤੇ ਉਹ ਸਾਡੇ ਸਤਿਕਾਰਯੋਗ ਲੀਡਰ ਹੈ ਸਿੱਧੂ ਸਾਹਿਬ, ਤੇ ਕਿਹਨੇ ਕਿਹਾ ਸੁਪਰੀਮ ਹਾਈ ਕਮਾਂਡ ਨਹੀਂ ਹੈ? ਤੁਸੀਂ ਸਾਨੂੰ ਲੜਾਉਣ ਦੀ ਕੋਸ਼ਿਸ਼ ਨਾ ਕਰੋ ਵਾਲੀਆ ਸਾਹਿਬ। ਸੁਪਰੀਮ ਹਾਈ ਕਮਾਂਡ ਹੈ, ਮੈਂ ਵੀ ਕਹਿੰਦਾ, ਬਾਜਵਾ ਸਾਹਿਬ ਵੀ ਕਹਿੰਦੇ, ਸਮੁੱਚੀ ਕਾਂਗਰਸ ਕਹਿੰਦੀ ਹੈ, ਰਾਈਟ, ਸਾਰੀ ਕਾਂਗਰਸ ਇਹ ਕਹਿੰਦੀ ਹੈ ਕਿ ਸੁਪਰੀਮ ਹਾਈ ਕਮਾਂਡ ਹੈ। ਔਰ ਸਾਨੂੰ ਇਹ ਵੀ ਪਤਾ ਹੈ ਕਿ ਜੋ ਫੈਸਲਾ ਹੋਏਗਾ ਦੇਸ਼ ਹਿੱਤ ਚ ਹੋਏਗਾ, ਨੋ ਡਿਫਰੈਂਸ। ਪਰ ਮੈਨੂੰ ਇਹ ਵੀ ਪਤਾ ਹੈ, ਮੇਰਾ ਰਾਜਨੀਤਿਕ ਤਜਰਬਾ 25 ਸਾਲ 30 ਸਾਲ ਇੱਕ ਪਾਰਟੀ ਦੇ ਵਿੱਚ ਜਿੱਥੇ ਗੁਜ਼ਾਰੇ ਹੈ, ਜਿੱਥੇ ਥੱਲਿਓਂ ਲੈ ਕੇ ਇੱਥੋਂ ਤੱਕ ਆਏ ਹੈ, ਪਾਰਟੀ ਨੇ ਕਦੇ ਵੀ ਸਾਡੇ ਤੇ ਕੋਈ ਫੈਸਲਾ ਥੋਪਿਆ ਨਹੀਂ। ਇਹੀ ਬਿਊਟੀ ਹੈ ਸਾਡੀ ਪਾਰਟੀ ਦੀ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਏ ਤੋਂ ਬਿਨਾ ਕੋਈ ਪਾਰਟੀ ਦਾ ਬੰਦਾ ਟਵੀਟ ਕਰ ਸਕਦਾ ਹੈ ਅਕਾਲੀ ਦਲ 'ਚ? ਕੀ ਮਾਨ ਸਾਹਿਬ ਤੋਂ ਬਿਨਾ ਕੋਈ ਪੰਜਾਬ ਦੇ ਵਿੱਚ ਹੋਰ ਕੋਈ ਟਵੀਟ ਕਰ ਸਕਦਾ ਹੈ? ਕੀ ਬੀਜੇਪੀ ਉਹ ਦਿੱਲੀ ਦੀ ਇਨਫੋਰਮੇਸ਼ਨ ਤੇ ਆਰਐਸਐਸ ਦੇ ਇਤਲਾਹ ਬਿਨਾ ਕੋਈ ਬੰਦਾ ਟਵੀਟ ਕਰ ਸਕਦਾ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੀਜੇਪੀ ਦੇ ਪੈਰਲਲ ਇੱਕ ਆਰਐਸਐਸ ਦਾ ਯੂਨਿਟ ਹੈ। ਸੁਨੀਲ ਜਾਖੜ ਸਾਹਿਬ ਜਿਹੜਾ ਵੀ ਸਿਸਟਮ ਹੈ, ਸੰਗਠਨ ਮੰਤਰੀ ਹੁੰਦਾ ਹੈ, ਉਹ ਸੰਗਠਨ ਮੰਤਰੀ ਤੋਂ ਬਿਨਾ ਪੁੱਛੇ ਇੱਕ ਕਦਮ ਨਹੀਂ ਪੁੱਟ ਸਕਦੇ। ਇੱਥੇ ਜਦੋਂ ਮਰਜੀ ਜੋ ਮਰਜੀ ਬਿਆਨ ਦੇ ਦਿੰਦੇ ਸੀ ਕੋਈ ਵੀ ਵਿਅਕਤੀ। ਸੋ ਕਹਿਣ ਦਾ ਮਤਲਬ ਦਿਸ ਇਜ਼ ਅ ਬਿਊਟੀ, ਦਿਸ ਇਜ਼ ਅ ਡੈਮੋਕ੍ਰੇਸੀ, ਇੰਟਰਨਲ ਡੈਮੋਕ੍ਰੇਸੀ, ਕਿ ਤੁਸੀਂ ਖੁੱਲ ਕੇ ਆਪਣੇ ਵਿਚਾਰ ਰੱਖੋ। ਅਸੀਂ ਕਦੇ ਵੀ ਪਾਰਟੀ ਜਿਵੇਂ ਸਾਨੂੰ ਵਿਚਾਰ ਰੱਖਣ ਨੂੰ ਕਹਿੰਦੀ ਹੈ ਪਾਰਟੀ, ਐਵੇਂ ਹੀ ਸਾਡੇ ਵਾਲੀਆ ਸਾਹਿਬ ਵਿਚਾਰ ਸੁਣਦੀ ਹੈ ਪਾਰਟੀ।
ਔਰ ਵਿਚਾਰ ਸੁਣ ਤੋਂ ਬਾਅਦ ਪਾਰਟੀ ਨਿਰਣੇ ਕਰਦੀ ਹੈ ਕਿ ਅਸੀਂ ਕੀ ਕਦਮ ਚੁੱਕਣੇ। ਠੀਕ ਗੱਲ ਤੁਸੀਂ ਕਹੀ। ਆਈ ਫੀਲ ਕਿ ਜੋ ਪੰਜਾਬ ਕਾਂਗਰਸ ਤੇ ਪੰਜਾਬ ਦੇ ਲੋਕਾਂ ਦੇ ਯੂਨਿਟ ਦੇ ਹੋਣਗੇ ਉਹ ਫੈਸਲਾ ਲਏਗੀ ਐਂਡ ਹਾਈ ਕਮਾਂਡ ਦੇ ਨਿਰਣੇ ਦਾ 100% ਸਨਮਾਨ ਹੋਊਗਾ। ਵੜਿੰਗ ਸਾਹਿਬ, ਦੋ ਸਵਾਲ ਹੈ ਮੇਰੇ। ਤੁਸੀਂ ਕਿਹਾ ਮਤਲਬ ਕਿ ਪਾਰਟੀ ਜਿਹੜਾ ਹੈ ਆਪਣੇ ਅੰਦਰ ਲੋਕਤਾਂਤਰਿਕ ਪ੍ਰਕਿਰਿਆ ਦੇ ਨਾਲ ਸੁਣਦੀ ਵੀ ਹੈ, ਪ੍ਰੋਪਰ ਤੁਹਾਨੂੰ ਜਿਹੜਾ ਉੱਥੇ ਪਲੇਟਫਾਰਮ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਦੱਸੋ, ਆਪਣੀ ਵਰਕਰਾਂ ਦੀ ਆਵਾਜ਼ ਤੱਕ ਸੁਣਦੀ ਹੈ। ਹੁਣ ਤੁਹਾਡੀ ਵਾਲੀ ਜਿਹੜੀ ਪੰਜਾਬ ਯੂਨਿਟ ਦੀ ਆਵਾਜ਼ ਹੈ, ਤੁਸੀਂ CWC ਦੀ ਬੈਠਕ ਹੋਣ ਜਾ ਰਹੀ ਹੈ, ਉਹ ਆਵਾਜ਼ ਕੀ ਕਹਿੰਦੀ ਹੈ? ਕਿੰਨੀ ਕੁ ਤਿਆਰੀ ਹੈਗੀ ਹੈ ਪੰਜਾਬ ਕਾਂਗਰਸ ਦੀ? ਜਿਵੇਂ ਤੁਸੀਂ ਕਿਹਾ ਉਹਨਾਂ ਨੇ ਤੁਹਾਨੂੰ ਕਿਹਾ 13 ਦੀ ਸੀਟਾਂ ਦੀ ਤਿਆਰੀ ਕਰੋ, ਆਪਣੇ ਸੰਭਾਵੀ ਉਮੀਦਵਾਰਾਂ ਦੀ ਗੱਲ ਕਰੋ। ਪੰਜਾਬ ਪ੍ਰਧਾਨ ਵੜਿੰਗ ਸਾਹਿਬ ਜਦੋਂ CWC ਦੇ ਵਿੱਚ ਜਾਣਗੇ, ਪੰਜਾਬ ਨੂੰ ਰਿਪਰੈਜ਼ੈਂਟ ਕਰਨ ਜਾਣਗੇ ਇਸ ਯੂਨਿਟ ਨੂੰ, ਤੇ ਉੱਥੇ ਕੀ ਸੁਨੇਹਾ ਹੈਗਾ, ਕਿਸ ਤਰੀਕੇ ਦੀ ਤਿਆਰੀ ਹੈਗੀ ਹੈ, ਜਾਂ ਅਜੇ ਕਿਤੇ ਨਾ ਕਿਤੇ ਨੈਸ਼ਨਲ ਲੈਵਲ ਦੇ ਉੱਪਰ ਵੇਟ ਹੈਗੀ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ? ਫॉर ਨੈਸ਼ਨਲ ਲੈਵਲ, ਆਈ ਐਮ ਸੇਇੰਗ ਨੈਸ਼ਨਲ, ਆਪਣੇ ਪੰਜਾਬ ਦੀ ਤਿਆਰੀ ਕਿੰਨੀ ਹੈ ਫॉर CWC ਮੀਟਿੰਗ? ਦੇਖੋ ਵਾਲੀਆ ਸਾਹਿਬ, ਅਸੀਂ ਨਿਰੰਤਰ ਤੁਸੀਂ ਦੇਖਿਆ ਹੋਣਾ ਸਾਡਾ ਮੀਟਿੰਗਸ, ਸਾਡੇ ਧਰਨੇ ਪ੍ਰਦਰਸ਼ਨ, ਸਾਡੀਆਂ ਕਮੇਟੀਜ਼, ਸਾਡੀਆਂ ਡਿਸਟ੍ਰਿਕਟ ਕਮੇਟੀਜ਼, ਸਾਡੀਆਂ ਬਲਾਕ ਕਮੇਟੀਜ਼, ਇਸ ਤੋਂ ਬਾਅਦ ਸਾਡੇ ਮੰਡਲਸ, ਇਸ ਤੋਂ ਬਾਅਦ ਸਾਡੀਆਂ ਬੂਥ ਕਮੇਟੀਜ਼, ਅਸੀਂ ਨਿਰੰਤਰ ਆਪਦੀ ਪ੍ਰਕਿਰਿਆ ਦੇ ਵਿੱਚ ਲੱਗੇ ਹੋਏ ਹਾਂ ਕਿ ਕਿਸ ਪ੍ਰਕਾਰ ਅਸੀਂ ਆਉਣ ਵਾਲੇ ਸਮੇਂ 'ਚ ਚੁਣਾਵ ਦੀ ਲੈ ਕੇ ਤਿਆਰੀਆਂ ਔਰ ਲੜਾਈ ਲੜਨੀ ਹੈ। ਕੱਲ੍ਹ ਮੈਂ ਤੁਹਾਨੂੰ ਦੱਸਦਾ ਕਿ ਵਿਧਾਨ ਸਭਾ ਵਾਈਜ਼ ਸਾਡਾ ਪ੍ਰੋਗਰਾਮ ਕਿ ਲੋਕਾਂ ਤੋਂ ਸੁਣਨਾ, ਲੋਕਾਂ ਦੇ ਜਿਹੜੇ ਮੇਨ ਸਾਡੇ ਵਰਕਰਸ ਆ ਉਹਨਾਂ ਨਾਲ ਮਿਲਣੀ, ਪਹਿਲਾ ਪ੍ਰੋਗਰਾਮ ਅਸੀਂ ਰਾਜਪੁਰਾ ਤੋਂ ਸ਼ੁਰੂ ਕਰ ਰਹੇ ਹਾਂ, ਜਿੱਥੇ ਅਸੀਂ ਘੱਟੋ ਘੱਟ ਪੂਰਾ ਦਿਨ ਬਤੀਤ ਕਰਾਂਗੇ ਰਾਜਪੁਰਾ ਦੇ ਵਿੱਚ, ਤਾਂ ਜੋ ਅਸੀਂ ਆਪਦੇ ਵਰਕਰਸ ਨੂੰ ਸੁਣਨਾ ਚਾਹੁੰਦੇ। ਇਹ ਨਹੀਂ ਕਿ ਕੇਵਲ ਇੱਕ ਭਾਸ਼ਣ ਤੋਂ, ਇੱਕ ਮੰਚ ਤੋਂ ਭਾਸ਼ਣ ਸੁਣਾ ਕੇ ਆ ਜਾਈਏ। ਸੋ ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਲੋਕ ਸਭਾ ਸੰਮੇਲਨ, ਤੇ ਇਸ ਤੋਂ ਬਾਅਦ ਫਿਰ ਬਾਬਾ ਸੁੱਖ ਰੱਖੇ ਫਿਰ ਅਸੀਂ ਪੰਜਾਬ 'ਚ ਇੱਕ ਯਾਤਰਾ ਲੈ ਕੇ ਚੱਲਾਂਗੇ, ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ ਯਾਤਰਾ ਕੀਤੀ ਸੀ, ਪੈਦਲ ਮਾਰਚ। ਮੁਕੰਮਲ ਤੌਰ ਤੇ 100% ਜਿਹੜਾ ਟਾਸਕ ਹੈ ਸਾਡਾ, ਵੀ ਆਰ ਰੈਡੀ। ਜਿਵੇਂ ਕਿ ਜੰਗ ਦੇ ਮੈਦਾਨ 'ਚ ਜਾਣ ਤੋਂ ਪਹਿਲਾਂ ਇੱਕ ਫੌਜੀ ਤਿਆਰ ਹੁੰਦਾ ਹੈ ਆਪਦੇ ਸਾਰੇ ਅਮਲੇ ਫਮਲੇ ਦੇ ਨਾਲ, ਉਸੇ ਤਰ੍ਹਾਂ ਦੀ ਤਿਆਰੀ ਅਸੀਂ ਮੁਕੰਮਲ ਕਰ ਰਹੇ ਹਾਂ ਕਿ ਅਸੀਂ ਕਿਸ ਪ੍ਰਕਾਰ ਅਸੀਂ ਲੜਾਈ ਲੜਨੀ। ਔਰ ਮੈਨੂੰ ਪੂਰਨ ਯਕੀਨ ਹੈ, ਮੈਂ ਦੂਸਰੀਆਂ ਪਾਰਟੀਆਂ ਵਾਂਗੂ ਇਹ ਤਾਂ ਨਹੀਂ ਕਹਿੰਦਾ ਕਿ 13 ਆਊਟ ਆਫ 13 ਸਾਡੀਆਂ, ਜਾਂ ਬਈ ਅਸੀਂ 25 ਸਾਲ ਰਾਜ ਕਰਨਾ ਹੈ, ਜਾਂ ਬਈ 100 ਸੀਟ ਸਾਡੀ ਹੈ, ਠੀਕ ਹੈ। ਬਟ ਮੈਨੂੰ ਪੂਰਨ ਉਮੀਦ ਹੈ ਕਿ ਜਿੱਦਾਂ ਲੋਕ ਸਭਾ ਚੁਣਾਵ ਹੋਣਗੇ, ਅਸੀਂ, ਮੈਨੂੰ ਲੱਗਦਾ ਸਾਰੀਆਂ 4 ਪਾਰਟੀਆਂ ਹੈ ਤੇ ਚਾਰਾਂ ਤੋਂ ਬੈਸਟ ਜਿਹੜੇ ਨਤੀਜੇ ਤੇ ਰਿਜ਼ਲਟ ਹੋਣਗੇ ਉਹ ਕਾਂਗਰਸ ਪਾਰਟੀ ਦੇ ਪਕਸ਼ ਦੇ ਵਿੱਚ ਹੋਣਗੇ। ਇਸ ਤਰ੍ਹਾਂ ਦੀ ਅਸੀਂ ਤਿਆਰੀ ਤੇ ਇਸ ਤਰੀਕੇ ਦੇ ਨਾਲ ਅਸੀਂ ਚੁਣਾਵ ਲੜਾਂਗੇ। ਵੜਿੰਗ ਸਾਹਿਬ, ਆਖਰੀ ਸਵਾਲ ਤੁਹਾਡੇ ਤੋਂ ਮੈਂ ਜਾਣਨਾ ਚਾਹੂੰਗਾ, ਥੋੜਾ ਦੱਸਣਾ, ਕਿਉਂਕਿ ਜਿਹੜਾ ਮੈਂ ਓਪਨ ਕੀਤਾ ਸੀਗਾ ਜਦੋਂ ਸਵਾਲ ਦੀ ਆਪਾਂ ਗੱਲ ਕੀਤੀ ਕਿ ਕੈਬਨਿਟ ਮੰਤਰੀ ਨੇ ਅਨਮੋਲ ਗਗਨ ਮਾਨ, ਤੇ ਹਾਲਾਂਕਿ ਉਹਨਾਂ ਦਾ ਬਿਆਨ, ਤੁਸੀਂ ਕਹੋਗੇ ਕਿ ਬਿਆਨ ਉਹਨਾਂ ਦਾ, ਪਾਰਟੀ ਉਹਨਾਂ ਦੀ, ਮੰਤਰੀ ਉਹ ਪੰਜਾਬ ਸਰਕਾਰ 'ਚ ਹੈ, ਪਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਕਾਂਗਰਸ ਵਾਲੇ ਬਹੁਤ ਕਾਹਲੇ ਨੇ ਕਿ ਸਮਝੌਤਾ ਹੋ ਜਾਵੇ। ਮਤਲਬ ਕਿ ਕੀ ਐਪਰੀਹੈਂਸ਼ਨ ਕੀ ਹੈ, ਮਤਲਬ ਕਾਂਗਰਸ ਨੂੰ ਕਿਉਂ ਕਾਹਲੀ ਹੈ? ਹਾਊ ਸ਼ੀ ਸੈਡ ਦੈਟ, ਮਤਲਬ ਕਿ ਥੋੜਾ ਸਮਝਣਾ ਪੈਣਾ ਕਿ ਕਾਂਗਰਸ ਨੂੰ ਕਿਉਂ ਕਾਹਲੀ ਹੈ, ਕਿ ਕਾਂਗਰਸ ਘਬਰਾਈ ਹੋਈ ਹੈ, ਕਿ ਕਾਂਗਰਸ ਹਾਸ਼ੀਏ ਤੇ ਹੈ? ਵਾਈ ਸ਼ੀ ਸੈਡ ਦੈਟ? ਬੜਾ ਕੈਟੇਗੋਰੀਕਲੀ ਬੋਲਿਆ ਉਹਨਾਂ ਨੇ। ਵੈਸੇ ਵਾਲੀਆ ਸਾਹਿਬ, ਆਈ ਜਸਟ ਵਾਂਟ ਟੂ ਟੈਲ ਯੂ ਵਨ ਥਿੰਗ ਮੋਰ ਕਿ ਹਰ ਲੀਡਰ ਨਾ ਆਪਣੀ ਮਰਜ਼ੀ ਨਾਲ ਕੋਈ ਵੀ ਬਿਆਨ ਕਹਿ ਦਿੰਦਾ ਹੈ ਤੇ ਉਹਨੂੰ ਮੀਡੀਆ ਆਪਣੀ ਮਰਜ਼ੀ ਨਾਲ ਚਲਾ ਦਿੰਦਾ ਹੈ। ਮੈਂ ਤੁਹਾਨੂੰ ਇੱਥੇ ਇਹ ਗੱਲ ਦੱਸਣਾ ਚਾਹੁੰਦਾ ਜਨਤਾ ਨੂੰ ਕਿ ਤੁਸੀਂ ਆਪਣੇ ਆਪ ਮਤਲਬ ਕੱਢ ਲੈਂਦੇ ਹੋ, ਆਪਣੇ ਆਪ ਹੀ ਉਹ ਲੀਡਰ ਆਪਣੀ ਗੱਲ ਹੀ ਬਣਾ ਲੈਂਦਾ ਹੈ। ਕਿਸੇ ਨਹੀਂ, ਤੁਹਾਡੀ ਗੱਲ ਨਹੀਂ ਕਰ ਰਿਹਾ ਮੈਂ, ਵੈਸੇ ਕਹਿੰਦਾ ਮੀਡੀਆ ਜਿੱਧਰ ਮਰਜ਼ੀ ਉਹਨੂੰ ਲੈ ਕੇ ਚਲੇ ਜਾਓ ਗੱਲ ਨੂੰ। ਰਾਈਟ। ਅਨਮੋਲ ਗਗਨ ਮਾਨ ਜੀ ਇਹ ਦੱਸਣ ਵੀ ਕਾਲੀ ਕਿਹਨੇ ਦਿਖਾਈ ਹੈ? ਕੋਈ ਬੰਦਾ ਉਹਨਾਂ ਨੂੰ ਆ ਕੇ ਮਿਲਿਆ, ਕਿਸੇ ਦਾ ਉਹਨਾਂ ਨੂੰ ਟੈਲੀਫੋਨ ਆਇਆ? ਕੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੇ ਟੈਲੀਫੋਨ ਕੀਤਾ ਕਿ ਸੋਨੀਆ ਗਾਂਧੀ ਜੀ ਦਾ ਮੈਨੂੰ ਫੋਨ ਆਇਆ ਸੀ, ਉਹ ਕਾਲੇ ਬੜੇ ਹੈ? ਜਾਂ ਰਾਹੁਲ ਗਾਂਧੀ ਦਾ ਫੋਨ ਆਇਆ? ਜਾਂ ਉਹਨਾਂ ਨੂੰ ਮਾਨ ਸਾਹਿਬ ਨੇ ਇਹ ਕਿਹਾ ਕਿ ਯਾਰ ਉਹ ਕਾਲੇ ਬੜੇ ਹੈ? ਕਿਸ ਆਧਾਰ ਤੇ ਅਨਮੋਲ ਗਗਨ ਮਾਨ ਜੀ ਕਹਿ ਰਹੇ ਕਾਲੇ ਹੈ? ਚਲੋ ਸੁਭਾਵਿਕ ਅੱਜ ਕੱਲ੍ਹ ਲੀਡਰ ਇਹ ਕਹਿ ਦਿੰਦੇ, ਮੈਂ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ, ਇਵਨ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਕਿ ਸੁਭਾਵਿਕ ਗੱਲਾਂ ਦੇ ਆਪਣੇ ਆਪ ਮਤਲਬ ਨਹੀਂ ਕੱਢਣੇ ਚਾਹੀਦੇ, ਤੇ ਲੀਡਰਾਂ ਨੂੰ ਵੀ ਆਪਣੇ ਆਪ ਗੱਲ ਨਹੀਂ ਕਹਿ ਦੇਣੀ ਚਾਹੀਦੀ ਕਿ ਮੈਂ ਜੀ ਫਲਾਨਾ ਉੱਥੇ ਵੇਖ ਕੇ ਆਇਆ ਕਿਸੇ ਨੇ। ਅੱਜ ਕੱਲ੍ਹ ਇਹ ਬੜਾ ਇਲਜ਼ਾਮ ਲੱਗਦਾ ਹੈ, ਜਿਹੜਾ ਨਹੀਂ ਕਿਸੇ ਦਾ ਅਗਲਾ ਕਹਿੰਦਾ ਮੈਂ ਦੇਖਿਆ ਹੈ ਜੀ, ਮਿੰਨਤਾਂ ਕਰੀ ਜਾਂਦਾ ਸੀ ਉੱਥੇ ਹੱਥ ਜੋੜ ਕੇ। ਸੋ ਨਾ ਤਾਂ ਮਿੰਨਤਾਂ ਕਰਨੇ ਦਾ ਕੋਈ ਪ੍ਰੂਫ ਹੈ, ਨਾ ਕੋਈ ਫੋਟੋ ਹੈ, ਨਾ ਕੋਈ ਫਲਾਂ ਹੈ, ਪਰ ਜਨਤਾ ਨੂੰ ਉਹਨਾਂ ਨੇ ਆਪਦੀ ਗੱਲ ਚਜਾਤੀ, ਮੀਡੀਆ ਨੇ ਉਹ ਅੱਗੇ ਚੱਕਤੀ। ਸੋ ਇਹ ਆਲਾ ਜਾਂ ਤਾਂ ਦੱਸਣ ਕਿ ਆਹ ਕਾਲੀ ਹੈ, ਸਾਨੂੰ ਚਿੱਠੀ ਲਿਖਤੀ ਜਾਂ ਟੈਲੀਫੋਨ ਆਇਆ, ਜਾਂ ਮੈਨੂੰ ਕੇਜਰੀਵਾਲ ਸਾਹਿਬ ਨੇ ਆਖਿਆ, ਜਾਂ ਮੈਨੂੰ ਮਾਨ ਸਾਹਿਬ ਨੇ ਆਖਿਆ। ਠੀਕ। ਹੁਣ ਛੋਟੀ ਭੈਣ ਹੈ, ਉਹਨੂੰ ਮੈਂ ਕੀ ਕਹਿਣਾ ਹੈ? ਉਹ ਦੇਖੋ ਗੱਲ ਸੁਣੋ, ਨਵੇਂ ਮਿਨਿਸਟਰ ਹੈ, ਸਾਡੀ ਭੈਣ ਹੈ, ਸਤਿਕਾਰਯੋਗ ਹੈ,
ਅਨਮੋਲ ਗਗਨਮਾਨ ਛੋਟੀ ਮੇਰੀ ਭੈਣ ਅਕਸਰ ਹੀ ਐਸੇ ਬਿਆਨ ਦੇ ਦਿੰਦੇ ਹੈ ਵੀ ਕਾਲੀ ਪਹਿਲਾਂ ਉਹ ਦੇਤਾ ਸੀ ਵੀ ਐਮਐਸਪੀ ਰਾਤ ਨੂੰ ਹੀ ਅਸੀਂ ਤਾਂ ਦੇ ਦੇਾਂਗੇ, ਫਿਰ ਕਹਿੰਦੇ ਨਹੀਂ 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 ਉਹ ਮੈਂ ਆਪਦੇ ਸ਼ਬਦ ਵਾਪਸ ਲੈਣੀ ਹੈ, ਮਾਫੀ ਮੰਗਦੀ ਹੈ, ਕੋਈ ਗੱਲ ਨਹੀਂ। ਸੋ ਪਲੀਜ਼ ਡੋਂਟ ਫੋਕਸ ਔਨ ਅਨਮੋਲ ਗਗਨਮਾਨ, ਸ਼ੀ ਇਜ਼ ਉਹਨਾਂ ਨੂੰ ਵਿਚਾਰਿਆਂ ਨੂੰ ਵਧੀਆ ਮੰਤਰੀ ਹੈ, ਲੈਟ ਹਰ ਇੰਜੋਏ, ਨੋ ਪ੍ਰੋਬਲਮ, ਆਈ ਡੋਂਟ ਵਾਂਟ ਟੂ ਸੇ ਐਨੀਥਿੰਗ ਟੂ ਹਰ। ਸੋ ਵੜਿੰਗ ਸਾਹਿਬ ਕਿਉਂਕਿ ਤੁਸੀਂ ਕਲੈਰਿਟੀ ਲਿਆ ਦਿੱਤੀ ਹੈ, ਪੰਜਾਬ ਕਾਂਗਰਸ ਨੂੰ ਵੀ ਲਿਆਤੀ ਹੋਣੀ ਹੈ ਤੇ ਆਮ ਆਦਮੀ ਪਾਰਟੀ ਨੂੰ ਵੀ ਲਿਆ ਦਿੱਤੀ ਮੈਨੂੰ ਲੱਗਦਾ ਹੈ, ਕਿਉਂਕਿ ਜਦੋਂ ਪ੍ਰਧਾਨ ਨੇ ਸੁਨੇਹਾ ਲਾਤਾ ਹੈ ਤੇ ਉੱਪਰੋਂ ਵੀ ਤੁਹਾਨੂੰ ਜਿਹੜੀ ਤਿਆਰੀ ਦਾ ਸੁਨੇਹਾ ਆਇਆ ਕਿ 13 ਦੀ 13 ਸੀਟਾਂ ਤੇ ਤਿਆਰੀ ਕਰ ਲਓ, ਕਮਰ ਕਸੇ ਕਰ ਲਓ। ਸੋ ਸੁਭਾਵਿਕ ਹੈ ਕਿ ਆਪਣੇ ਦਮ ਤੇ ਹੀ ਕਾਂਗਰਸ ਜਿਹੜਾ ਹੈ 24 ਦੇ ਰਨ ਦੇ ਵਿੱਚ ਮੈਦਾਨ ਦੇ ਵਿੱਚ ਔਰ ਵਾਲੀਆ ਜੀ 100% ਅਗਰ ਕੋਈ ਐਸੀ ਗੱਲ ਹੋਈ ਤਾਂ ਮੈਂ ਜ਼ਰੂਰ ਦੱਸਾਂਗਾ। ਮੈਂ ਤੁਹਾਡੇ ਚੈਨਲ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ, ਕਾਂਗਰਸ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਹਾਂ, ਅਗਰ ਕੋਈ ਐਸੀ ਗੱਲ ਹੋਈ ਮੈਂ ਪਹਿਲਾਂ ਤੁਹਾਨੂੰ ਦੱਸਾਂਗਾ, ਮੈਂ ਫੀਲਡ ਤੇ ਜਾਣ ਨਾਲੋਂ ਪਹਿਲਾਂ ਤੁਹਾਨੂੰ ਦੱਸਾਂਗਾ ਵੀ ਐਸੀ ਕੋਈ ਗੱਲ ਹੈ। ਹਜੇ ਇਸ ਪ੍ਰਕਾਰ ਦੀ ਕੋਈ ਗੱਲ ਨਹੀਂ ਹੈ, ਜਿੱਦੇ ਰਾਜੇ ਵੜਿੰਗ ਦੇ ਕੰਨਾਂ ਤੱਕ ਐਸੀ ਕੋਈ ਗੱਲ ਪਹੁੰਚੇਗੀ ਮੈਂ ਤੁਹਾਡੇ ਤੋਂ ਹੁਣ ਤੁਹਾਡੇ ਸਵਾਲ ਤੋਂ ਇੱਕ ਸਵਾਲ ਖੜਾ ਹੋ ਗਿਆ, ਤੁਹਾਡੇ ਸਵਾਲ ਤੋਂ ਵੜਿੰਗ ਸਾਹਿਬ ਤੁਹਾਡੇ ਸਵਾਲ ਤੋਂ ਕਿਰਪਾ ਮੇਰਾ ਸਵਾਲ ਲਈਓ, ਲੋਕਾਂ ਤੋਂ ਅਕਾਸਰੇ ਨਹੀਂ ਲਾਉਣੇ। ਟਰੂ, ਤੁਹਾਡੀ ਗੱਲ ਤੋਂ ਇੱਕ ਸਵਾਲ ਖੜਾ ਹੋ ਗਿਆ, ਜੇ ਅਜਿਹਾ ਮੇਰਾ ਸਵਾਲ ਲਈਓ ਵੜਿੰਗ ਸਾਹਿਬ ਮੈਨੂੰ ਮੇਰਾ ਸਵਾਲ ਲੈ ਲਿਓ, ਮੈਂ ਇਸੇ ਵਾਈਂਡ ਅਪ ਕਰਨਾ ਸੀ। ਤੁਸੀਂ ਕਿਹਾ ਕਿ ਜੇ ਅਜਿਹਾ ਹੋਇਆ ਵੀ ਵਿਲ ਬੀ ਦਾ ਫਰਸਟ ਪਰਸਨ ਐਂਡ ਦਾ ਚੈਨਲ ਜਿਹਨੂੰ ਤੁਸੀਂ ਦੱਸੋਗੇ, ਬਹੁਤ ਚੰਗੀ ਗੱਲ ਹੈ ਸਰ, ਪਰ ਜੇ ਅਜਿਹਾ ਹੋਇਆ ਇੱਥੇ ਅਗਰ ਗੱਲ ਆਈ ਤਾਂ ਫਿਰ ਤੁਹਾਡਾ ਕੀ ਸਟੈਂਡ ਰਹੇਗਾ? ਸਪੋਜ਼ ਹੁਣ ਤੁਸੀਂ ਗੱਲ ਕੀਤੀ ਹੈ, ਦੱਸੋਗੇ ਕਿ ਨਾਲ ਮੇਰਾ ਸਟੈਂਡ ਸੁਣ ਲਓ ਗੱਲ। ਹਾਂਜੀ ਨਹੀਂ ਹਾਂ ਦੱਸ ਰਿਹਾ ਜੀ ਦੱਸੋ। ਪਹਿਲੀ ਗੱਲ, ਮੇਰੇ ਹਾਵ ਭਾਵ ਜਾਣੇ ਬਿਨਾ, ਮੇਰੇ ਪੰਜਾਬ ਕਾਂਗਰਸ ਦੇ ਲੋਕਾਂ ਦੇ ਹਾਵ ਭਾਵ ਜਾਣੇ ਤੋਂ ਬਿਨਾ ਕਦੇ ਜ਼ਿੰਦਗੀ 'ਚ ਹਾਈ ਕਮਾਂਡ ਕੋਈ ਐਸਾ ਫੈਸਲਾ ਕਦੇ ਜ਼ਿੰਦਗੀ 'ਚ ਨਹੀਂ ਲਏਗੀ ਜਿਹੜਾ ਸਾਡੇ ਉਲਟ ਹੋਵੇ। ਦੂਸਰੀ ਗੱਲ, ਹਾਈ ਕਮਾਂਡ ਇਜ਼ ਅ ਸੁਪਰੀਮ। ਰਾਜੇ ਵੜਿੰਗ ਨੂੰ ਤਾਂ ਉਹ ਕਹਿਣ ਵੀ ਤੇਰੀਆਂ ਲੱਤਾਂ ਪੁੱਠੀਆਂ ਕਰਕੇ ਪੱਖੇ ਨਾਲ ਲਟਕਾ ਦੇਣਾ, ਆਈ ਵਿਲ ਸੇ ਕਿ ਓਕੇ, ਕਾਂਗਰਸ ਪਾਰਟੀ ਨੇ ਰਾਜੇ ਵੜਿੰਗ ਨੂੰ ਬੜਾ ਕੁਝ ਦਿੱਤਾ ਹੈ। ਇਹ ਕੁਝ ਸਾਥੀ ਕਹਿੰਦੇ ਹੈ ਕਿ ਮੈਂ ਕਾਂਗਰਸ ਪਾਰਟੀ ਤੋਂ ਵੱਡਾ, ਨੋ, ਕਾਂਗਰਸ ਪਾਰਟੀ ਨੇ ਅੱਜ ਰਾਜਾ ਵੜਿੰਗ ਤੁਹਾਡੇ ਚੈਨਲ ਤੇ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੈ, ਇਹ ਕਾਂਗਰਸ ਪਾਰਟੀ ਦੇਣ ਹੈ। ਕਾਂਗਰਸ ਪਾਰਟੀ ਦਾ ਫੈਸਲਾ ਸੁਪਰੀਮ ਹੈ, ਉਹ ਪੁੱਠਾ ਲਟਕਣ ਨੂੰ ਕਹੇਗੀ, ਪੁੱਠਾ ਵੀ ਲਟਕ ਜਾਵਾਂਗਾ, ਪਰ ਮੈਨੂੰ ਨਾਲ ਉਮੀਦ ਹੈ, ਉਮੀਦ ਨਹੀਂ ਯਕੀਨ ਹੈ ਕਿ ਕਾਂਗਰਸ ਪਾਰਟੀ ਨੇ ਮੇਰੇ 30 ਸਾਲਾਂ ਦੇ ਰਾਜਨੀਤਿਕ ਕੈਰੀਅਰ 'ਚ ਕਾਂਗਰਸ ਪਾਰਟੀ ਨਾਲ ਕਦੇ ਮੇਰੇ ਮਨ ਦੇ ਭਾਵ ਦੇ ਖਿਲਾਫ ਕਦੇ ਕੋਈ ਫੈਸਲਾ ਲਿਆ ਨਹੀਂ ਹੈ। ਚਲੋ ਉਮੀਦ ਕਰਦੇ ਹਾਂ ਵੜਿੰਗ ਸਾਹਿਬ ਕਿ ਤੁਹਾਡੇ ਮਨਾਂ ਦੇ ਭਾਵ ਦੇ ਮੁਤਾਬਕ ਪਾਰਟੀ ਜਿਹੜਾ ਫੈਸਲਾ ਲਏਗੀ ਤੇ ਕਾਂਗਰਸ ਦੇ ਹਿੱਤ ਦੇ ਵਿੱਚ ਹੋਏਗਾ, ਪੰਜਾਬ ਕਾਂਗਰਸ ਦੇ। ਮਨ ਦੇ ਭਾਵ ਨਾ ਮਨ ਦੇ ਭਾਵ ਨਾ ਹੁਣ ਮਨ ਦੇ ਭਾਵ ਵੀ ਕੀ ਹੈ ਇਹ ਤੁਹਾਨੂੰ ਨਹੀਂ ਪਤਾ, ਇਹਦਾ ਵੀ ਨਾ ਦੱਸ ਦਿਓ ਵੀ ਮਨ ਦੇ ਭਾਵ ਕੀ ਹੈ। ਉਹ ਮਨ ਦੇ ਭਾਵ ਕਾਂਗਰਸ ਦੀ ਬਿਹਤਰੀ ਹੈ, ਉਹ ਮੇਰੇ ਮਨ 'ਚ ਕਾਂਗਰਸ ਦੀ ਬਿਹਤਰੀ ਹੈ ਨਾ ਤੁਹਾਡੇ ਮਨ ਦਾ ਭਾਵ ਸਾਰੇ। ਹਾਂ, ਔਰ ਜਿਹੜਾ ਬੰਦਾ ਮੀਡੀਆ ਕੋਲੇ ਕਾਂਗਰਸ ਦੇ ਮਨ ਦੇ ਭਾਵ ਦੱਸਦਾ ਹੈ ਉਹ ਸੱਚਾ ਕਾਂਗਰਸੀ ਨਹੀਂ। ਮੈਂ ਤਾਂ ਦੇਖੋ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਤੁਹਾਡੀ ਜਿਹੜੇ ਮਨ ਦੇ ਭਾਵ ਹੈ ਜਿਹੜੇ ਉਹ ਕਾਂਗਰਸ ਦੀ ਬਿਹਤਰੀ ਹੈ, ਪੰਜਾਬ 'ਚ ਕਾਂਗਰਸ ਨੂੰ ਜਿਹੜਾ ਅੱਗੇ ਲੈ ਕੇ ਜਾਣਾ, ਇਹੀ ਹੈ ਨਾ ਤੁਹਾਡੀ ਮਨ ਦੇ ਭਾਵ ਤਾਂ ਜੋ ਅਸੀਂ ਜਾਣਦੇ ਹਾਂ। ਤਾਂ ਉਮੀਦ ਇਹੀ ਕਰਦੇ ਹਾਂ ਕਿ ਚੰਗਾ ਹੋਏਗਾ ਜੋ ਵੀ ਕੁਝ ਹੋਏਗਾ, ਪਰ ਤੁਸੀਂ ਕਲੈਰਿਟੀ ਲਿਆਤੀ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ, ਤੇ ਕਲੈਰਿਟੀ ਹੋ ਗਈ ਹੈ ਕਿ ਪੰਜਾਬ ਕਾਂਗਰਸ ਜਿਹੜੀ ਹੈ ਆਪਣੇ ਦਮ ਤੇ ਚੋਣਾਂ ਦੇ ਵਿੱਚ ਨਿਤਰੇਗੀ ਤੇ CWC ਦੀ ਜਦੋਂ ਬੈਠਕ ਹੋਏਗੀ ਇਹੀ ਭਾਵ ਜਿਹੜੇ ਹੈਗੇ ਆ ਕਾਂਗਰਸ ਦੀ ਆਲਾ ਕਮਾਨ ਨੂੰ, ਯਾਨੀ ਹਾਈ ਕਮਾਨ ਨੂੰ ਵੜਿੰਗ ਸਾਹਿਬ ਜਾ ਕੇ ਦੱਸਣਗੇ।